कि अगर कुड़ियां ਨੂੰ ਕੋਈ ਬਲੈਕਮੇਲ ਕਰਦਾ ਕੋਈ ਹਰਾਸਾ ਕਰਦਾ ਹੈ ਉਹ ਕਿੰਜ ਆਪਣਾ ਬਚਾਓ ਕਰ ਸਕਦੀਆਂ ਨੇ ਕਿੰਜ ਤੁਹਾਡੇ ਨਾਲ ਰਾਬਤਾ ਕਰ ਸਕਦੀਆਂ ਆਪਣੀ ਆਈਡੈਂਟੀਟੀ ਉਹ ਸਿਰਫ ਸਾਡੇ ਤੱਕ ਰੱਖਣਾ ਚਾਹੁੰਦੀਆਂ ਨੇ, ਕਿਸੇ ਆਪਣੇ ਵਾਲਦੈਨ ਨੂੰ ਵੀ ਨਹੀਂ ਦੱਸਦੀਆਂ। ਉਹਨਾਂ ਲਈ ਵਰਚੁਅਲ ਵੂਮਨ ਪੁਲਿਸ ਸਟੇਸ਼ਨ ਆ, ਉਹਨਾਂ ਲਈ ਵੂਮਨ ਸੇਫਟੀ ਐਪ ਆ, ਪੁਕਾਰ 15 ਆ ਕਿ ਉਹਨੇ ਉਹਦੇ ਸਸੁਰਾਲੀ ਸਾਰੀ ਫੈਮਿਲੀ ਨੂੰ ਦੱਸ ਦਿੱਤਾ ਕਿ ਸਾਡਾ ਆਪਸ ਦੇ ਵਿੱਚ ਇਹਨਾਂ ਦਾ ਸਾਡਾ ਅਫੇਅਰ ਸੀ। ਉਹਨੇ ਕੁੜੀ ਮੈਨੂੰ ਚਾਹੀਦੀ ਆ, ਜੋ ਮਰਜ਼ੀ ਹੋ ਜਾਏ, ਉਹਨੂੰ ਤਲਾਕ ਦਿਓ, ਮੈਂ ਇਹਦੇ ਨਾਲ ਸ਼ਾਦੀ ਕਰਨੀ ਹੈ। अस्सलाम वालेकुम, मैं मुअज़्ज़म जट ते तुसी वेख रहे हो जुर्म कहानी। अज दी जुर्म कहानी दे विच शादीशुदा लड़की नूं हरासा करन वाला वॉइस मैसेज ते तस्वीरां ते ब्लैकमेल करन वाला मुलजम जिहड़ा पुलिस ने गिरफ्तार कीता। ये मुलजम किंज लड़की नूं हरासा करदा सी और इहदी असल कहानी की है, अज सारी जुर्म कहानी दे विच इहदी गलबात होएगी और पुलिस ने इस मुलजम नूं गिरफ्तार किंज कीता। शादीशुदा मुंडा ते शादीशुदा कुड़ी नूं हरासा करदा रहा सीगा। हरासा किंज करदा सीगा क्योंकि कुड़ी भी शादीशुदा सी ते मुंडा भी शादीशुदा सीगा। इस मुंडे ते परचा हो गया, उस कुड़ी नूं हरासा कीता। परचा क्यों होया, इहदी असल कहानी की है, मैं इस वेले थाना वूमेन दे विच मौजूद हां। मेरे नाल SHO सना बिलाल ने, इन्हां नाल गलबात करदे हां। मैडम, ये तुसीं मुलजम नूं गिरफ्तार क्यों कीता? क्योंकि ये भी शादीशुदा सी, कुड़ी भी शादीशुदा सी। फिर इन्हां दोवां दी की असल कहानी सी जिहड़ा परचा हो गया, मुंडे नूं तुसीं मुलजम नूं गिरफ्तार कर लिया? ਜੀ ਇਹ ਕਹਾਣੀ ਹੈ ਦੋ ਕੁੜੀ ਤੇ ਮੁੰਡੇ ਦੀ, ਜਿਨ੍ਹਾਂ ਦੀ ਆਪਸ ਦੇ ਵਿੱਚ ਸ਼ੁਰੂ ਤੋਂ ਪਿਆਰ ਮੁਹੱਬਤ ਸੀ। ਲੇਕਿਨ ਮਰਦ ਜੋ ਕਿ ਅਨਾਮ ਪ੍ਰਸਤ ਆ ਬਾਏ ਨੇਚਰ, ਬੀਇੰਗ ਅ ਫਾਤੇ, ਆਪਣੇ ਆਪ ਨੂੰ ਫਾਤੇ ਸਮਝਣ ਵਾਲੇ ਬੰਦੇ ਦੀ ਨੂੰ ਨਾ ਮਫਤੂਆ ਨਹੀਂ ਮਿਲ ਸਕੀ, ਜਿਹਦੀ ਵਜ੍ਹਾ ਤੋਂ ਉਹਨਾਂ ਨੇ ਇੱਕ ਦੂਸਰੇ ਨਾਲ ਰਾਬਤਾ ਖਤਮ ਕੀਤਾ। ਜਦੋਂ ਸ਼ਾਦੀ ਹੋ ਗਈ, ਬ੍ਰੇਕਅਪਸ ਹੋ ਗਏ, ਦੋਨਾਂ ਦੀ ਮੁਖਤਲਿਫ ਜਗ੍ਹਾ ਤੇ ਸ਼ਾਦੀ ਹੋ ਗਈ, ਦੋ ਬੱਚੇ ਵੀ ਹੋ ਗਏ। ਮਰਦ ਨੇ ਕਿਸੇ ਜਗ੍ਹਾ ਤੇ ਉਹਨੂੰ ਕਿਸੇ ਸ਼ਾਦੀ ਤੇ ਦੁਬਾਰਾ ਦੇਖਿਆ, ਉਹਦੀ ਅਨਾਜ ਜਾ ਗਈ। ਉਹ ਫਿਰ ਫਾਤੇ ਬਣਨਾ ਚਾਹੁੰਦਾ ਸੀ, ਉਹਨੂੰ ਆਪਣੀ ਮਫਤੂਆ ਨਜ਼ਰ ਆਈ, ਉਹਨੇ ਉਹਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਕੰਟੈਕਟ ਨਹੀਂ ਕੀਤਾ, ਉਹਨੇ ਕਿਹਾ ਕਿ ਮੈਂ ਆਪਣੇ ਸ਼ੋਹਰ ਨਾਲ ਵਫਾਦਾਰ ਰਹਿਣਾ, ਮੈਂ ਤੇਰੇ ਨਾਲ ਦੁਬਾਰਾ ਕੰਟੈਕਟ ਨਹੀਂ ਕਰਨਾ, ਤੂੰ ਵੀ ਮੈਨੂੰ ਨਾ ਕਰ। ਜਦੋਂ ਇਹ ਮਾਮਲਾ ਬਣਿਆ, ਉਹਦੇ ਵਿੱਚ ਨਾ ਲੜਕੇ ਨੇ ਨਾ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਲੜਕੀ ਹੱਥੇ ਨਹੀਂ ਆਈ, ਉਹਨੇ ਉਹਦੇ ਸ਼ੋਹਰ ਨੂੰ ਮੈਸੇजेस ਕਰਨਾ ਸ਼ੁਰੂ ਕੀਤੇ, इतने vulgar messages beyond the realm of imagination, that messages were very dirty. You can't imagine कि ਉਹਦੇ ਸ਼ੌਹਰ ਨੇ ਨਾ ਉਹਦੇ ਫੋਰਨ ਪੇਰੈਂਟਸ ਨਾਲ ਰਾਬਤਾ ਕੀਤਾ। ਉਹਨੇ ਕਿਹਾ ਕਿ ਯਾਰ ਇਹ ਕੌਣ ਆ ਜਿਹੜਾ ਮੈਨੂੰ ਇਦਾਂ ਦੇ ਮੈਸੇਜ ਕਰ ਰਿਹਾ ਕਿ ਬੱਚਿਆਂ ਦੇ ਲੈਜੀਟੀਮੇਸੀ ਵਾਸ ਇਨ ਕੁਐਸਚਨ। ਤੇ ਉਹਦੇ ਪੇਰੈਂਟਸ ਨੇ ਪੁਲਿਸ ਨੂੰ ਐਪਲੀਕੇਸ਼ਨ ਦਿੱਤੀ। ਐਪਲੀਕੇਸ਼ਨ ਆਉਣ ਤੇ ਪਹਿਲੇ ਤਾਂ ਇਸ ਬੰਦੇ ਨੇ ਪੂਰੀ ਕੋਸ਼ਿਸ਼ ਕੀਤੀ, ਸਾਹਮਣੇ ਨਹੀਂ ਆਇਆ। ਇਹਨੇ ਨੰਬਰ ਬੰਦ ਕੀਤੇ, ਇਹਨੇ WhatsApp ਨੰਬਰ ਯੂਜ਼ ਕਰਕੇ ਉਹਨਾਂ ਨੂੰ ਦੁਬਾਰਾ ਬਲੈਕਮੇਲ ਕਰਨਾ ਸ਼ੁਰੂ ਕੀਤਾ। ਨਤੀਜਾ ਇਹ ਨਿਕਲਿਆ ਕਿ ਉਹਨੇ ਉਹਦੇ ਸਸੁਰਾਲੀ ਸਾਰੀ ਫੈਮਿਲੀ ਨੂੰ ਦੱਸ ਦਿੱਤਾ ਕਿ ਸਾਡਾ ਆਪਸ ਦੇ ਵਿੱਚ ਇਹਨਾਂ ਦਾ ਸਾਡਾ ਅਫੇਅਰ ਸੀ। ਉਹਨੇ ਕੁੜੀ ਮੈਨੂੰ ਚਾਹੀਦੀ ਆ, ਜੋ ਮਰਜ਼ੀ ਹੋ ਜਾਏ, ਉਹਨੂੰ ਤਲਾਕ ਦਿਓ, ਮੈਂ ਇਹਦੇ ਨਾਲ ਸ਼ਾਦੀ ਕਰਨੀ ਹੈ। ਮਾਮਲਾ ਜਦੋਂ ਵੱਧ ਗਿਆ, ਸਾਡੀ ਵੀ ਇਨਵੈਸਟੀਗੇਸ਼ਨ ਜਾਰੀ ਸੀ, ਅਸੀਂ ਬੰਦਾ ਫੜ ਲਿਆ। अच्छा मैडम, इस तरह के वाकया ना फैसलाबाद या मतलब मुख्तलिफ जगह पर बड़े वाकयात होंगे आ। शादीशुदा जिहड़ियां कुड़ियां उन्होंने तुसीं ब्लैकमेल करदे जे या वो कोई एक दूसरे नाल नहीं रहना चाहते, तलाक लेना चाहते हैं, लेकिन ये जिहड़ा वकूआ वा बंदा जिहड़ा बार बार उन्होंने ब्लैकमेल करता सी, हरासा करता सीगा, उन्होंने तुसीं गिरफ्तार ते कर लिया। लेकिन उन्हें वो तुसीं जो गिरफ्तार किया, उन्हें की दस्सिया कि मैं क्यों इन्हूं ब्लैकमेल करता सी? You know, psychologically he was very depressed kind of person. He was saying कि मैं ਇਹਦੇ ਨਾਲ ਬਹੁਤ ਪਿਆਰ ਕਰਦਾ ਸੀ। ਮੈਂ ਉਹਨੂੰ ਕਿਹਾ ਕਿ 5-6 ਸਾਲ ਤੇ ਤੂੰ ਗੁਜ਼ਾਰਤੇ ਬ੍ਰੇਕਅਪ ਦੇ ਵਿੱਚ, ਅਚਾਨਕ ਤੈਨੂੰ ਕੀ ਹੋਇਆ? ਉਹ ਕਹਿੰਦਾ ਕਿ ਮੈਨੂੰ ਫੰਕਸ਼ਨ 'ਚ ਦੇਖਿਆ ਸੀ, ਮੈਨੂੰ ਦੁਬਾਰਾ ਉਹ ਸਾਰੇ ਮੇਰੇ ਨਜ਼ਰਾਂ ਦੇ ਵਿੱਚ ਉਹ ਮਾਮਲਾਤ ਬੀਤ ਕੇ ਜਿਹੜੇ ਮੈਂ ਇਹਦੇ ਨਾਲ ਗੁਜ਼ਾਰੇ ਸੀ, ਮੈਨੂੰ ਇਹ ਸੀ ਕਿ ਮੈਂ ਇਹਨੂੰ ਦੁਬਾਰਾ ਪਾਣਾ ਵਾ। ਉਹ ਕਹਿੰਦੇ ਆ ਨਾ ਕਿ ਅਨਾਨੀ ਸੈਟੀਸਫਾਈ ਹੋਈ ਉਹਨੂੰ ਸੀ ਕਿ ਬਸ ਮੈਂ ਫਤਹ ਕਰਨਾ। ਇਹ ਮਾਮਲਾ ਸੀ ਇਹਨਾਂ ਦਾ। अच्छा मैडम, ਜਿਹੜੇ शादीशुदा कुड़ियां ना उन्होंने भी जरा मैसेज दे दो, क्योंकि अक्सर थाना मिल्ल टाउन ਦੇ ਵਿੱਚ ਬੜੇ ਵਾਕਿਆ, थाना ਨਿਸ਼ਾਤਾਬਾਦ 'ਚ ਬੜੇ ਇਸ ਤਰ੍ਹਾਂ ਦੇ ਵਾਕਿਆਤ ਹੋਏ ਆ ਕਿ ਜਿਹੜੀਆਂ ਕੁੜੀਆਂ ਸ਼ਾਦੀशुदा ਕੁੜੀਆਂ ਦੂਸਰੇ ਮੁੰਡਿਆਂ ਨਾਲ ਆਸ਼ਕੀ ਮਸ਼ੂਕੀ ਕਰ ਲੈਂਦੀਆਂ, ਫਿਰ ਆਪਣੇ ਬੰਦੇ ਦਾ ਕਤਲ ਕਰਵਾ ਦਿੰਦੀਆਂ। ਬੜੇ ਇਸ ਤਰ੍ਹਾਂ ਦੇ ਵਾਕਿਆਤ ਰੂਨਮਾ ਹੋਏ ਆ। ਇਹਨਾਂ ਕੁੜੀਆਂ ਨੂੰ ਜਾਂ ਜਿਹੜੇ ਬਲੈਕਮੇਲ ਕਰਦੇ, ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਜਿਹੜੀ ਕੁੜੀਆਂ ਤੇ ਇਦਾਂ ਕਰਦੀਆਂ ਕਿ ਆਪਣੇ ਸ਼ੌਹਰ ਨਾਲ ਬੇਵਫਾਈ ਕਰਦੀਆਂ ਨੇ, ਉਹਨਾਂ ਲਈ ਮੇਰੇ ਕੋਲ ਇਹ ਮੈਸੇਜ ਆ ਕਿ ਆਪਣੇ ਨਾ ਖਾਨਦਾਨ, ਇੱਕ ਫੈਮਿਲੀ ਇਜ਼ ਐਨ ਇੰਸਟੀਟਿਊਸ਼ਨ, ਉਹਨੂੰ ਪ੍ਰੋਟੈਕਟ ਕਰਨ,
ਆਪਣੇ ਸ਼ੌਹਰ ਤੋਂ ਇਲਾਵਾ ਕੋਈ ਤੁਹਾਡਾ ਨਹੀਂ ਹੁੰਦਾ। ਜੀ ਸ਼ੌਹਰ ਤੁਹਾਡਾ ਅਸਮਾਨ ਹੁੰਦਾ ਹੈ, ਤੁਹਾਡਾ ਸਾਹਿਬਾਨ ਹੁੰਦਾ ਹੈ। ਉਹਦੇ ਨਾਲ ਚੱਲੋਗੇ, ਉਹਦੀ ਢਾਲ ਦੇ ਵਿੱਚ ਰਹੋਗੇ ਤਾਂ ਤੁਸੀਂ ਮੁਆਸ਼ਰੇ ਦੇ ਵਿੱਚ ਸੇਫ ਹੋ। ਜਦੋਂ ਤੁਸੀਂ ਆਪਣੇ ਸ਼ੌਹਰ ਨੂੰ ਛੱਡ ਕੇ ਕਿਸੇ ਹੋਰ ਵੱਲ ਜਾਓਗੇ ਨਾ, ਤੁਸੀਂ ਉਹਦੇ ਲਈ ਦੂਸਰੀ ਔਰਤ ਹੀ ਹੋ, ਇੱਕ ਖੇਲਣ ਦਾ ਸਮਾਨ ਹੀ ਹੋ ਸਿਰਫ। ਜੀ ਜੀ ਤੁਹਾਡੀ ਕਦੀ ਵੀ ਉਹ ਇੱਜ਼ਤ ਨਹੀਂ ਕਰੇਗਾ। ਉਹਦੇ ਨਾਲ ਨਾਲ ਮੈਂ ਮੁਆਸ਼ਰੇ ਨੂੰ ਵੀ ਇਹ ਮੈਸੇਜ ਦਿਆਂਗੀ ਕਿ ਸਿਰਫ ਖਵਾਤੀਨ ਜਦੋਂ ਇਹ ਮਾਮਲੇ ਬਣਦੇ ਆ ਨਾ, ਖਵਾਤੀਨ ਨੂੰ ਅਕਿਊਜ਼ ਨਾ ਕੀਤਾ ਜਾਵੇ। ਅਗਰ ਉਹਨਾਂ ਦੇ ਨਾਲ ਕੋਈ ਰੀਅਲ ਟਾਈਮ ਬਲੈਕਮੇਲਿੰਗ ਹੋ ਰਹੀ ਹੈ, ਉਹਨਾਂ ਦੇ ਸ਼ੌਹਰ ਨੂੰ ਗੈਰਤ ਦੇ ਮਾਮਲਾਤ ਨਹੀਂ ਬਣਾਉਣੇ ਚਾਹੀਦੇ। ਪਹਿਲੇ ਆਪਣੀ ਬੀਵੀ ਕੋਲ ਪੁੱਛਣਾ ਚਾਹੀਦਾ ਕਿ ਮਾਮਲਾ ਕੀ ਹੈ। ਜਦੋਂ ਮਾਮਲਾ ਸਾਹਮਣੇ ਆਂਦਾ, ਅਗਰ ਬੀਵੀ ਬੇਕਸੂਰ ਹੈ ਤਾਂ ਉਹਨੂੰ ਉਸੇ ਹਿਸਾਬ ਤੇ ਡੀਲ ਕਰੋ, ਉਹਦੇ ਨਾਲ ਉਹਨੂੰ ਸਪੋਰਟ ਕਰੋ। ਇਹੋ ਜਿਹੇ ਹਰਾਸਰਸ ਨਾਲ ਉਹਨਾਂ ਨੂੰ ਆਹਨੀ ਹੱਥਾਂ ਨਾਲ ਉਹਨਾਂ ਨੂੰ ਲੜਨਾ ਚਾਹੀਦਾ। ਜਿੱਦਾਂ ਇਸ ਬੱਚੀ ਦੇ ਸ਼ੌਹਰ ਨੇ ਤੇ ਇਹਦੇ ਵਾਲਿदैन ਨੇ ਸਟੈਪ ਇਸ ਬੰਦੇ ਨੂੰ ਗ੍ਰਿਫਤਾਰ ਕਰਵਾਇਆ। ਹੀ ਵਾਜ਼ ਅ ਟਰੂ ਹੈਰਾਸਰ ਜੋ ਇਦਾਂ ਦੇ ਮੈਸੇਜ ਕਰ ਰਿਹਾ ਸੀ ਕਿ ਉਹਦੇ ਪੇਰੈਂਟਸ ਦਾ ਵਸ ਨਹੀਂ ਸੀ ਚੱਲ ਰਿਹਾ ਕਿ ਉਹ ਇਹਨੂੰ ਕਤਲ ਕਰ ਦੇਣ। ਅੱਛਾ ਮੈਡਮ, ਆਖਰੀ ਸਵਾਲ ਇਹ ਕਿ ਅਗਰ ਕੋਈ ਲੜਕੀ ਨੂੰ ਕੋਈ ਬਲੈਕਮੇਲ ਕਰਦਾ ਹੈ, ਕੋਈ ਹਰਾਸਾ ਕਰਦਾ ਹੈ, ਉਹਨਾਂ ਨੂੰ ਵਾਸਤੇ ਕੋਈ ਐਸਾ ਨੰਬਰ, ਕੋਈ ਇਹੋ ਜਿਹੀ ਐਪ ਜਿਹੜਾ ਫੌਰੀ ਤੁਹਾਡੇ ਨਾਲ ਰਾਬਤਾ ਕਰ ਸਕਣ? ਜੀ ਬਿਲਕੁਲ, ਐਸੇ ਫੋਰਮਸ ਨੇ। ਸਾਡੇ ਸੀਐਮ ਸਾਹਿਬਾ ਨੇ ਵਰਚੁਅਲ ਵੂਮਨ ਪੁਲਿਸ ਸਟੇਸ਼ਨ, ਵੂਮਨ ਸੇਫਟੀ ਐਪਸ ਤੇ ਪੁਕਾਰ 15 ਦੇ ਜਿਹੜੇ ਫੋਰਮਸ ਦਿੱਤੇ ਨੇ, ਉਹਨਾਂ ਤੇ ਤੁਸੀਂ ਰਾਬਤਾ ਕਰ ਸਕਦੇ ਹੋ। ਤੇ ਹਰਾਸਮੈਂਟ ਦੀ ਅਵੇਅਰਨੈਸ ਲਈ ਸਾਡੇ ਆਰਪੀਓ ਸਾਹਿਬ ਤੇ ਸੀਪੀਓ ਸਾਹਿਬ ਨੇ ਬਹੁਤ ਸਾਰੀ ਜਗ੍ਹਾ ਤੇ ਸੈਮੀਨਾਰਸ ਕੀਤੇ। ਕਾਲਜ ਯੂਨੀਵਰਸਿਟੀਜ਼ ਦੀ ਲੜਕੀਆਂ ਨੂੰ ਇਹਨਾਂ ਐਪਸ ਤੇ ਇਹਨਾਂ ਦੀ ਵਰਕਿੰਗ ਦੇ ਬਾਰੇ ਵਿੱਚ ਸਾਰੀ ਇਨਫੋਰਮੇਸ਼ਨ ਦਿੱਤੀ। ਇਹ ਉਹ ਫੋਰਮ ਨੇ ਜਿਹਦੇ ਤੋਂ ਤੁਸੀਂ ਕੰਟੈਕਟ ਕਰਕੇ ਆਪਣੀ ਆਈਡੈਂਟੀਟੀ ਵੀ ਹਾਈਡ ਕਰ ਸਕਦੇ ਹੋ ਤੇ ਪੁਲਿਸ ਨਾਲ ਰਾਬਤਾ ਕਰਕੇ ਮੁਲਜ਼ਮ ਨੂੰ ਕੈਫਰੇ ਕਿਰਦਾਰ ਤੱਕ ਵੀ ਪਹੁੰਚਾ ਸਕਦੇ ਹੋ। ਇਹਦੇ ਵਿੱਚ ਇਹ ਗੱਲ ਸਾਰੇ ਨਾਲੋਂ ਇੰਪੋਰਟੈਂਟ ਹੈ ਕਿ ਜਿੱਥੇ ਤੁਹਾਨੂੰ ਮੁਦਈਅਤ ਵਿਕਟਮ ਨਹੀਂ ਇਖਤਿਆਰ ਕਰ ਸਕਦੀ, ਪੁਲਿਸ ਆਪਣੀ ਮੁਦਈਅਤ ਦੇ ਵਿੱਚ ਖੁਦ ਐਫਆਈਆਰ ਕਰੇਗੀ ਉਹਨਾਂ ਦੀ ਜਗ੍ਹਾ ਤੇ। ਬਿਲਕੁਲ, ਬਹੁਤ ਸ਼ੁਕਰੀਆ। ਲੋ ਤੁਸੀਂ ਵੇਖਿਆ ਕਿ 2 ਬੱਚਿਆਂ ਦਾ ਬਾਪ ਸੀਗਾ ਔਰ ਅੱਗੇ ਲੜਕੀ ਵੀ 2 ਬੱਚਿਆਂ ਦੀ ਮਾਂ ਸੀਗੀ, ਜਿਹਨੂੰ ਬੰਦਾ ਹਰਾਸਾ ਕਰਦਾ ਰਿਹਾ ਸੀਗਾ। ਕਿਉਂ? ਕਿ ਉਸ ਲੜਕੀ ਦੇ ਨਾਲ ਪਹਿਲੇ ਕਿਤੇ ਲਵ ਸੀਗਾ, ਕਿਤੇ ਪਿਆਰ ਸੀਗਾ। ਉਹਦੀ ਵਜ੍ਹਾ ਤੋਂ ਬਾਅਦ ਜੋ 6 ਸਾਲ ਬਾਅਦ ਫਿਰ ਉਹਦੀ ਮੁਹੱਬਤ ਜਾਗ ਗਈ, ਜਿਹੜਾ ਉਹਨੂੰ ਹਰਾਸਾ ਕਰਦਾ ਰਿਹਾ, ਬਲੈਕਮੇਲ ਕਰਦਾ ਰਿਹਾ। ਫਿਰ ਗੱਲ ਇੱਥੇ ਤੱਕ ਪਹੁੰਚ ਗਈ, ਥਾਣੇ ਆ ਕੇ ਉਹਦੇ ਤੇ ਪਰਚਾ ਹੋ ਗਿਆ, ਹੁਣ ਉਹ ਮੁਲਜ਼ਮ ਗ੍ਰਿਫਤਾਰ ਹੋ ਗਿਆ। ਕੋਈ ਵੀ ਬੰਦਾ ਕਿਸੇ ਨੂੰ ਬਲੈਕਮੇਲ ਕਰੇਗਾ, ਕਿਸੇ ਨਾਲ ਕੋਈ ਵੀ ਰਾਬਤਾ ਕਰੇਗਾ, ਅਗਰ ਉਹਨੂੰ ਬਲੈਕਮੇਲ ਕਰਦਾ, ਹਰਾਸਾ ਕਰਦਾ ਹੈ ਤੇ ਉਹਦੇ ਤੇ ਪਰਚਾ ਹੋਏਗਾ। ਤੁਸੀਂ ਇਸ ਗੱਲ ਤੋਂ ਬਚਣਾ ਵਾ, ਕਿਸੇ ਨੂੰ ਨਾ ਬਲੈਕਮੇਲ ਕਰਨਾ, ਨਾ ਹੀ ਕਿਸੇ ਨਾਲ ਕੋਈ ਵੀ ਰਾਬਤਾ ਕਰਨਾ ਵਾ ਜਿਹੜਾ ਤੁਹਾਡੇ ਤਲਕ ਦੇ ਵਿੱਚ ਨਹੀਂ ਹੈ।